ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਕਲਾਸ ਦੇ ਵਿੱਚ ਹਾਜ਼ਰ ਸਮੂਹ ਵੀਰ ਜੋ ਕਿ ਦੇਸ਼ ਵਿਦੇਸ਼ ਤੋਂ ਇਸ ਗੁਰਮਤ ਕਲਾਸ ਵਿੱਚ ਆਪ ਜੀ ਗੁਰਮਤ ਵਿਦਿਆ ਹਾਸਲ ਕਰਨ ਵਾਸਤੇ ਜੁੜਦੇ ਹੋ। ਅੱਜ ਸੁਖਮਨੀ ਸਾਹਿਬ ਜੀ ਦੇ ਚੌਥੇ ਸ਼ਲੋਕ ਦੀ ਵਿਚਾਰ ਅਤੇ ਇਸ ਚੌਥੀ ਅਸ਼ਟਪਦੀ ਦੇ ਭਾਵਾਰਥ ਨੂੰ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਗੁਰਦੇਵ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਜੀ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਨਿਰਗੁਣ ਯਾਰ ਇਆਨਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਿਰਗੁਣ ਯਾਰ। ਨਿਰਗੁਣ ਯਾਰ ਦਾ ਅਰਥ ਹੁੰਦਾ ਹੈ ਗੁਣਾਂ ਤੋਂ ਖਾਲੀ, ਜਿਸ ਦੇ ਵਿੱਚ ਕੋਈ ਗੁਣ ਨਾ ਹੋਵੇ। ਇਆਣਿਆ, ਇਆਣਾ ਬੱਚਾ, ਅਣਜਾਣ ਬੱਚਾ। ਸੰਭਾਲ ਦਾ ਅਰਥ ਹੁੰਦਾ ਹੈ ਚੇਤੇ ਰੱਖ। ਚੀਤ ਦਾ ਅਰਥ ਵੀ ਚਿੱਤ ਵਿੱਚ। ਨਿਭਈ ਦਾ ਅਰਥ ਹੁੰਦਾ ਹੈ ਸਾਥ ਨਿਭਾਉਂਦਾ ਹੈ। ਅੱਜ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ। ਕਹਿਣ ਲੱਗੇ, ਹੇ ਗੁਣਹੀਨ, ਗੁਣਾਂ ਤੋਂ ਖਾਲੀ, ਹੇ ਨਾ ਤਜਰਬੇਕਾਰ ਬੱਚੇ, ਹੇ ਨਾ ਸਮਝ, ਹੇ ਅਗਿਆਨੀ, ਉਸ ਪ੍ਰਭੂ ਦੇ ਗੁਣਾਂ ਦੇ ਉਪਕਾਰਾਂ ਨੂੰ ਚੇਤੇ ਕਰ, ਉਸ ਨੂੰ ਯਾਦ ਰੱਖ, ਉਸ ਦਾ ਸਿਮਰਨ ਕਰ, ਜਿਸ ਨਿਰੰਕਾਰ ਨੇ ਤੈਨੂੰ ਪੈਦਾ ਕੀਤਾ ਹੈ ਅਤੇ ਜਿਹੜਾ ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਦਾਤਾਂ ਦੇ ਰਿਹਾ ਹੈ। ਉਸ ਨੂੰ ਹਿਰਦੇ ਵਿੱਚ, ਚਿੱਤ ਵਿੱਚ ਰੱਖ। ਉਹ ਤੇਰਾ ਇੱਕ ਦਿਨ ਦਾ ਸਾਥੀ ਨਹੀਂ, ਉਹ ਤੇਰਾ ਜਨਮ ਤੋਂ ਤੇਰੀ ਪਾਲਣਾ ਕਰ ਰਿਹਾ ਹੈ ਅਤੇ ਅੰਤ ਤੱਕ ਉਸ ਨੇ ਤੇਰੇ ਨਾਲ ਨਿਭਣਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਲੋਕ ਵਿੱਚ ਅਸਾਂ ਦੁਨੀਆਦਾਰਾਂ ਲਈ ਬੜਾ ਸੋਹਣਾ ਤੇ ਢੁਕਵਾਂ ਵਿਸ਼ੇਸ਼ਣ ਵਰਤਿਆ। ਉਹ ਪਤਾ ਕੀ ਹੈ ਸਾਧ ਸੰਗਤ? ਇਆਨਿਆ। ਅਸੀਂ ਸੱਚਮੁੱਚ ਇਆਣੇ ਹਾਂ। ਇੱਕ ਛੋਟੇ ਜਿਹੇ ਬੱਚੇ ਵਾਂਗ ਨਾ ਸਮਝ ਅਤੇ ਅਗਿਆਨੀ ਹਾਂ। ਇੱਕ ਛੋਟੇ ਜਿਹੇ ਬੱਚੇ ਨੂੰ ਜਿਸ ਦਾ ਪਿਤਾ ਪ੍ਰਦੇਸ਼ ਗਿਆ ਹੋਵੇ, ਭਾਵੇਂ ਉਹ ਆਲੇ ਦੁਆਲੇ ਆਪਣੇ ਘਰ ਵਿੱਚ ਸਭ ਕੁਝ ਵੇਖਦਾ ਹੁੰਦਾ ਹੈ, ਪਰ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਦੇ ਘਰ ਦੇ ਸਾਰੇ ਕਾਰ ਵਿਹਾਰ ਨੂੰ ਕੌਣ ਚਲਾ ਰਿਹਾ ਹੈ। ਇਹ ਤਰ੍ਹਾਂ ਤਰ੍ਹਾਂ ਦੇ ਸੁੱਖ ਸਾਮਾਨ ਕਿੱਥੋਂ ਆ ਰਹੇ ਨੇ, ਇਹਨਾਂ ਸਭਨਾਂ ਦਾ ਸੋਮਾ ਕਿਹੜਾ ਹੈ। ਬੱਚੇ ਨੂੰ ਤਾਂ 2-4 ਸਾਲ ਬਾਅਦ ਇਹਨਾਂ ਸਭ ਗੱਲਾਂ ਦਾ ਗਿਆਨ ਹੋ ਜਾਂਦਾ ਹੈ, ਪਰ ਅਸੀਂ ਸਾਰੇ ਉਮਰ ਇਆਣੇ ਹੀ ਰਹਿੰਦੇ ਹਾਂ। ਸਾਨੂੰ ਕਦੀ ਵੀ ਖਿਆਲ ਨਹੀਂ ਆਇਆ ਕਿ ਸਾਡੀ ਰਚਨਾ ਕਿਵੇਂ ਹੋਈ ਅਤੇ ਕਿਵੇਂ ਰਾਤ ਦਿਨ ਹਰ ਘੜੀ ਹਰ ਸਵਾਸ ਸਾਡੀ ਦੇਖਭਾਲ ਹੋ ਰਹੀ ਹੈ। ਸਾਨੂੰ ਕਦੀ ਸੁਰਤ ਨਹੀਂ ਆਈ ਕਿ ਉਹ ਕਿਹੜੀ ਹਸਤੀ ਹੈ ਜੋ ਅੰਤ ਤੱਕ ਸਾਡੀ ਪ੍ਰਤਪਾਲਨਾ ਕਰਦੀ ਰਹਿੰਦੀ ਹੈ। ਇਸ ਅਸ਼ਟਪਦੀ ਅਤੇ ਸ਼ਲੋਕ ਦੇ ਵਿੱਚ ਆਓ ਵਿਚਾਰੀਏ ਕਿ ਨਿਰੰਕਾਰ ਦੇ ਅਦਭੁਤ ਕਾਰਨਾਮੇ ਅਤੇ ਉਹਦੇ ਮਨੁੱਖਤਾ ਉੱਤੇ, ਜੀਵਾਂ ਉੱਤੇ ਪਰਉਪਕਾਰ। ਸਾਨੂੰ ਆਪਣਾ ਸੁੰਦਰ ਸਰੀਰ ਵੇਖ ਕੇ ਕਦੀ ਖਿਆਲ ਨਹੀਂ ਆ ਸਕਦਾ ਕਿ ਸਾਡਾ ਇਹ ਸੋਹਣਾ ਢਾਂਚਾ ਮਾਤਾ ਦੀ ਰਕਤ ਅਤੇ ਪਿਤਾ ਦੀ ਬਿੰਦ ਤੋਂ ਅਰਥਾਤ ਗੰਧ ਤੋਂ ਘੜਿਆ ਗਿਆ ਹੈ। ਗੁਰਬਾਣੀ ਨੇ ਬਾਰ-ਬਾਰ ਇਹ ਬਖਸ਼ਿਸ਼ ਕੀਤੀ ਹੈ, ਦੱਸਿਆ, ਮਾਤ ਪਿਤਾ ਕੀ ਰਕਤ ਨਿਪੰਨੇ। ਰੱਤਾ ਜਵਾਨ ਹੋਇਆ, ਵਿਆਹ ਤੋਂ ਬਾਅਦ ਭਾਵੇਂ ਇਸ ਗੱਲ ਦਾ ਪਤਾ ਲੱਗ ਵੀ ਜਾਂਦਾ ਹੈ ਕਿ ਅਸੀਂ ਰਕਤ ਬੂੰਦ ਦੇ ਗਾਰੇ ਤੋਂ ਬਣੇ ਹਾਂ, ਪਰ ਇਹ ਸਮਝ ਨਹੀਂ ਆਉਂਦੀ ਕਿ ਬਣਦੇ ਕਿਵੇਂ ਹਾਂ। ਕੁਮਹਾਰ ਨੂੰ ਮਿੱਟੀ
ਕੁੱਟਦੇ, ਛਾਣਦੇ, ਉਸ ਨੂੰ ਆਟੇ ਵਾਂਗ ਗੁੰਨਦੇ ਅਤੇ ਫਿਰ ਉਸ ਦੇ ਹੱਥਾਂ ਦੀ ਮਿਹਨਤ ਦਾ ਸਦਕਾ ਉਸ ਮਿੱਟੀ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਸ਼ਕਲਾਂ ਜਾਂ ਨੁਹਾਰਾਂ ਦੀਆਂ ਨਿਰਜਿੰਦ ਮੂਰਤੀਆਂ ਉਪਜਦੀਆਂ ਵੇਖ ਕੇ ਅਸੀਂ ਸਾਰੇ ਹੀ ਕਹਿ ਉੱਠਦੇ ਹਾਂ, ਵਾਹ ਕੁਮਾਰਾ, ਵਾਹ ਕੁਮਾਰਾ। ਸਾਰੇ ਹੀ ਕਹਿੰਦੇ ਆ ਨਾ। ਪਰ ਕੀ ਅਸਾਂ ਉਸ ਕੁਮਾਰ ਦਾ ਵੀ ਚੇਤੇ ਕੀਤਾ ਹੈ ਜਿਸ ਨੇ ਗ੍ਰਾਮ ਤੋਂ ਵੀ ਘੱਟ ਰਕਤ ਬੂੰਦ ਦੇ ਗਾਰੇ ਤੋਂ ਸਾਡਾ ਇਹ ਸਰੀਰ ਰਚਿਆ ਹੈ? ਕੀ ਅਸੀਂ ਕਦੇ ਇਹ ਸੋਚਿਆ ਕਿ ਮਾਤਾ ਦੇ ਗਰਭ ਵਿੱਚ ਇਸ ਸਰੀਰ ਦੇ ਵੱਖ-ਵੱਖ ਅੰਗ ਕਿਵੇਂ ਬਣਦੇ ਹਨ? ਸਾਡੀ ਮਾਤਾ ਨੇ ਉਹਨਾਂ 10 ਮਹੀਨਿਆਂ ਵਿੱਚ ਵੀ ਆਮ ਸਾਧਾਰਨ ਖੁਰਾਕ ਹੀ ਖਾਧੀ ਹੈ ਜੋ ਆਮ ਭੋਜਨ ਬੰਦਾ ਆਪਣੀ ਜ਼ਿੰਦਗੀ ਵਿੱਚ ਖਾਂਦਾ ਹੈ। ਉਹਨਾਂ ਦਿਨਾਂ ਵਿੱਚ ਵੀ ਉਹੀ ਖੁਰਾਕ ਖਾਧੀ ਮਾਂ ਨੇ। ਫਿਰ ਉਸ ਸਾਧਾਰਨ ਖੁਰਾਕ ਵਿੱਚੋਂ ਹੀ ਸਾਡੀਆਂ ਹੱਡੀਆਂ, ਮਾਸ, ਲਹੂ, ਵਾਲ ਆਦਿ ਵੱਖ-ਵੱਖ ਚੀਜ਼ਾਂ ਕਿਵੇਂ ਬਣੀਆਂ? ਘੜੀ ਦੇ ਵੱਖ-ਵੱਖ ਪੁਰਜੇ ਬਣਾਉਣ ਲਈ ਸਾਨੂੰ ਅਨੇਕਾਂ ਵੱਡੀਆਂ ਛੋਟੀਆਂ ਮਸ਼ੀਨਾਂ ਦੀ ਲੋੜ ਪੈਂਦੀ ਹੈ, ਕਾਰੀਗਰਾਂ ਦੀ ਲੋੜ ਪੈਂਦੀ ਹੈ। ਪਰ ਸਾਡੇ ਸਰੀਰ ਦੇ ਵੱਖ-ਵੱਖ ਅੰਗ, ਵੱਡੀਆਂ ਛੋਟੀਆਂ ਹੱਡੀਆਂ ਤੇ ਨਾੜੀਆਂ ਕਿਹੜੀ ਮਸ਼ੀਨ ਨੇ ਬਣਾਈਆਂ? ਅੱਖਾਂ, ਨੱਕ, ਕੰਨ, ਦਿਲ, ਦਿਮਾਗ ਆਦਿ ਦੇ ਸੂਖਮ ਤੋਂ ਸੂਖਮ ਯੰਤਰ ਨੇ। ਅਤੇ ਕਿਵੇਂ ਬਣਾਏ ਸਾਰੇ? ਉਹਨਾਂ ਸਭ ਅੰਗਾਂ ਤੋਂ ਤਿਆਰ ਹੋਏ ਇਹ ਕਲਬੂਤ, ਇਹ ਸਾਡਾ ਸਰੀਰ, ਇਸ ਵਿੱਚ ਜਿੰਦ ਜਾਨ ਪਾ ਕੇ ਫਿਰ ਉਸ ਨੇ ਮਾਤਾ ਦੇ ਗਰਭ ਰੂਪੀ ਅੰਧੇਰੀ ਕੋਠੜੀ ਵਿੱਚ, ਤਪਦੀ ਭੱਠੀ ਵਿੱਚ ਕਿਵੇਂ ਸੁਰੱਖਿਅਤ ਰੱਖਿਆ ਹੋਏਗਾ? ਕਿਵੇਂ ਉਸ ਗੰਧ ਵਿੱਚ ਵੀ ਉਸ ਨੂੰ ਆਹਾਰ ਦੇਣ ਦਾ ਪ੍ਰਬੰਧ ਕੀਤਾ ਗਿਆ? ਕੀ ਅਸੀਂ ਇਆਣੇ ਇਸ ਨੂੰ ਸਮਝ ਸਕਦੇ ਹਾਂ? ਨਹੀਂ ਨਹੀਂ, ਜੇ ਅਸੀਂ ਆਪਣੀ ਸਾਰੀ ਉਮਰ ਵੀ ਇਸ ਪਾਸੇ ਲਗਾ ਦਈਏ ਤਾਂ ਵੀ ਨਹੀਂ ਸਮਝ ਸਕਦੇ, ਕਿਉਂਕਿ ਇਸ ਸਰੀਰ ਦੇ ਰਚਨਹਾਰ ਨੇ ਇਸ ਭੇਦ ਨੂੰ ਲੁਕਾਈ ਰੱਖਣ ਲਈ ਹੀ ਤਾਂ ਉਸ ਲੁਕਵੀਂ ਥਾਂ ਤੇ ਬੈਠ ਕੇ ਇਸ ਦੀ ਰਚਨਾ ਕੀਤੀ ਹੈ। ਉਹ ਇਸ ਭੇਦ ਨੂੰ ਇਤਨਾ ਛੁਪਾਈ ਰੱਖਦਾ ਹੈ ਕਿ ਕਿਸੇ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਲੜਕਾ ਬਣਾ ਰਿਹਾ ਹੈ ਕਿ ਲੜਕੀ ਬਣਾ ਰਿਹਾ ਹੈ। ਉਸ ਦਾ ਬਣਾਇਆ ਜਾ ਰਿਹਾ ਬੱਚਾ ਕਾਲਾ ਹੈ ਕਿ ਗੋਰਾ ਹੈ, ਅੰਨਾ ਹੈ ਕਿ ਬੋਲਾ ਹੈ, ਲੂਲਾ ਹੈ ਜਾਂ ਕੁੱਬਾ ਹੈ, ਕੋਈ ਭੇਦ ਨਹੀਂ ਕਿਸੇ ਨੂੰ ਦਿੰਦਾ। ਫਿਰ ਉਹ ਨਿਰੰਕਾਰ ਇਸ ਜੀਵ ਨੂੰ ਗਰਭ ਵਿੱਚ ਕਾਰਖਾਨੇ ਵਿੱਚ ਰੱਜ ਕੇ ਹੀ ਸੁਰਖਰੂ ਨਹੀਂ ਹੋ ਜਾਂਦਾ, ਸਗੋਂ ਇਸ ਨਵੀਂ ਸੂਰਤ ਨੂੰ ਸੰਸਾਰ ਵਿੱਚ ਲਿਆਉਣ ਤੋਂ ਪਹਿਲੇ ਹੀ ਉਸ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਸਭ ਪ੍ਰਬੰਧ ਕਰਦਾ ਹੈ। ਇੱਧਰੋਂ ਬੱਚੇ ਦਾ ਜਨਮ ਹੁੰਦਾ ਹੈ, ਉੱਧਰੋਂ ਮਾਤਾ ਦੇ ਥਣਾਂ ਵਿੱਚ ਦੁੱਧ ਉਪਜ ਪੈਂਦਾ ਹੈ। ਉਹ ਦੁੱਧ ਜੋ ਸਭ ਪਦਾਰਥਾਂ, ਸਭ ਭੋਜਨਾਂ ਤੋਂ ਉੱਤਮ ਹੈ। ਫਿਰ ਬਗੈਰ ਕਿਸੇ ਵਿਤਕਰੇ ਦੇ ਉਹ ਹਰ ਗਰੀਬ, ਅਮੀਰ ਬੱਚੇ ਨੂੰ ਹੀ ਨਹੀਂ, ਸਗੋਂ ਸੂਰਾਂ ਦੇ, ਕੁੱਤਿਆਂ ਦੇ, ਜਾਨਵਰਾਂ ਦੇ ਬੱਚਿਆਂ ਨੂੰ ਵੀ ਇਹ ਵਧੀਆ ਖੁਰਾਕ ਦਿੰਦਾ ਹੈ। ਨਹੀਂ ਨਹੀਂ, ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਦੇ ਮਹਾਵਾਕ ਅਨੁਸਾਰ ਉਸਨੇ ਸਾਨੂੰ ਸੰਸਾਰ ਵਿੱਚ ਭੇਜਣ ਤੋਂ ਪਹਿਲਾਂ ਹਰ ਪ੍ਰਕਾਰ ਦੀ ਵਸਤੂ ਜੋ ਕਿ ਸਾਨੂੰ ਲੋੜੀਂਦੀ ਸੀ ਉਸ ਦਾ ਪ੍ਰਬੰਧ ਕੀਤਾ ਹੈ, ਜਿਵੇਂ ਕਿ ਹਵਾ, ਪਾਣੀ, ਖਾਣ ਨੂੰ ਤਰ੍ਹਾਂ ਤਰ੍ਹਾਂ ਦੇ ਅਨਾਜ, ਫਲ ਤੇ ਸਬਜ਼ੀਆਂ, ਪਹਿਨਣ ਲਈ ਕਪਾਹ, ਵਸਤਰ, ਕੱਪੜੇ, ਰੇਸ਼ਮੀ, ਸਾਡੇ ਸੋਹਜ ਸੁਹਾਗ ਲਈ ਫੁੱਲ, ਕੇਸਰ, ਸੋਨਾ, ਚਾਂਦੀ, ਹੀਰੇ, ਜ਼ਵਾਰਾਤ, ਰਹਿਣ ਲਈ ਮਕਾਨ, ਬਣਾਉਣ ਵਾਸਤੇ ਮਿੱਟੀ, ਪੱਥਰ, ਰੇਤ, ਲੋਹਾ, ਲੱਕੜ ਤੇ ਦੁੱਖਾਂ ਤੇ ਬਿਮਾਰੀਆਂ ਤੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦਾ, ਮੈਡੀਸਨਾਂ ਦਾ ਉਹਨੇ ਪ੍ਰਬੰਧ ਕੀਤਾ ਹੈ। ਅਸੀਂ ਜੀਵਾਂ ਦੇ
ਤੁਰਨ ਫਿਰਨ ਨੱਚਣ ਟੱਪਣ ਤੇ ਕਾਰ ਵਿਹਾਰ ਨਹੀਂ। ਚਿੱਟਾ ਦੁੱਧ ਦਿਲ ਅਤੇ ਸਰੀਰ ਦਾ ਜੋ ਸਾਡਾ ਥਕੇਵਾ ਹੈ, ਇਸ ਥਕਾਵਟ ਨੂੰ ਦੂਰ ਕਰਨ ਲਈ, ਲੋਰੀ ਦੇ ਕੇ ਸਵਾਉਣ ਲਈ ਸੁਖਦਾਈ ਰਾਤ ਅਤੇ ਦਿਵਸ ਉਸਨੇ ਬਣਾ ਦਿੱਤੇ ਨੇ। ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ। ਇਹਨਾਂ ਦੀ ਗੋਦ ਵਿੱਚ ਅਸੀਂ ਸਾਰੇ ਹੀ ਬੱਚੇ ਖੇਡ ਰਹੇ ਹਾਂ। ਸੱਚ ਪੁੱਛੋ ਤਾਂ ਇਸ ਦਿਨ ਅਤੇ ਰਾਤ ਦੀ ਜੋ ਦਾਤ ਉਸਨੇ ਸਾਨੂੰ ਦਿੱਤੀ ਹੈ, ਇਸ ਜਿੱਡੀ ਕੋਈ ਹੋਰ ਦਾਤ ਹੈ ਹੀ ਨਹੀਂ। ਤਾਈਓ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਆਸਾ ਰਾਗ ਵਿੱਚ ਰੋਜ਼ਾਨਾ ਹੀ ਸਾਨੂੰ ਸ਼ਾਮ ਨੂੰ ਅਹਿਸਾਸ ਕਰਾਉਂਦੇ ਨੇ, ਪਿਆਰਿਆ ਚੇਤੇ ਰੱਖ ਉਸ ਦੀ ਦਾਤ ਨੂੰ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਕੀ ਅਸੀਂ ਕਦੇ ਸੋਚਿਆ ਉਹ ਨਿਰੰਕਾਰ ਸਾਡੀ ਰਾਤ ਦਿਨ ਸਵਾਸ ਸਵਾਸ ਕਿਵੇਂ ਪ੍ਰਤਪਾਲਨ ਕਰਦਾ ਹੈ, ਭਾਵ ਸਾਰ ਲੈਂਦਾ ਹੈ? ਕਿ ਅਸੀਂ ਕਦੇ ਵਿਚਾਰਿਆ ਕਿ ਉਹ ਵਾਹਿਗੁਰੂ ਕਿਵੇਂ ਸਾਡੇ ਖਾਧੇ ਹੋਏ ਪਦਾਰਥਾਂ ਤੋਂ ਲਹੂ ਪੈਦਾ ਕਰਦਾ ਹੈ ਤੇ ਕਿਵੇਂ ਦਿਲ ਰੂਪੀ ਪੰਪ ਦੇ ਨਾਲ ਸਾਡੇ ਅੰਗ ਅੰਗ ਤਥਾ ਨਾੜ ਨਾੜ ਵਿੱਚ ਪਹੁੰਚਾ ਦਿੰਦਾ ਹੈ। ਸਾਰੇ ਸਰੀਰ ਵਿੱਚ ਕਿਵੇਂ ਲਹੂ ਨੂੰ ਉਹ ਪਹੁੰਚਾ ਰਿਹਾ ਹੈ। ਉਹ ਪ੍ਰਭੂ ਕਿਵੇਂ ਸਾਡੇ ਸਰੀਰ ਨੂੰ ਗਰਮ ਰੱਖਦਾ ਹੈ, ਸ਼ਕਤੀ ਦਿੰਦਾ ਹੈ, ਪਾਵਰ ਦੇ ਰਿਹਾ ਹੈ। ਅਤੇ ਜੇ ਉਸ ਵਿੱਚ ਕੋਈ ਨੁਕਸ ਹੋਵੇ, ਕੋਈ ਰੋਗ ਪੈਦਾ ਹੋ ਵੀ ਗਿਆ ਹੋਵੇ, ਤਾਂ ਉਸ ਨੁਕਸ ਤਥਾ ਉਸ ਰੋਗ ਨੂੰ ਦੂਰ ਕਰਕੇ ਉਸ ਅੰਗ ਨੂੰ ਫਿਰ ਅਰੋਗ ਕਰ ਦਿੰਦਾ ਹੈ। ਕੀ ਅਸਾਂ ਕਦੇ ਖਿਆਲ ਕੀਤਾ ਹੈ ਕਿ ਹਵਾ ਅਤੇ ਪਾਣੀ ਕਿਵੇਂ ਸਾਡੇ ਗੰਦੇ ਖੂਨ ਨੂੰ, ਸਾਡੀਆਂ ਨਾੜੀਆਂ ਨੂੰ ਸਾਫ਼ ਕਰਦੇ ਹਨ? ਇਹ ਸਾਰਾ ਪ੍ਰਬੰਧ ਕੌਣ ਕਰ ਰਿਹਾ ਹੈ? ਅਸੀਂ, ਸਾਡੇ ਮਾਪੇ, ਸਾਡੇ ਭੈਣ ਭਰਾ, ਸਾਡੇ ਸੰਬੰਧੀ? ਨਹੀਂ ਨਹੀਂ, ਇਹ ਸਭ ਉਸ ਨਿਰੰਕਾਰ ਦੀ ਮਿਹਰ ਹੀ ਤਾਂ ਹੈ। ਉਹੀ ਤਾਂ ਕਰਨ ਵਾਲਾ ਹੈ, ਉਹੀ ਤਾਂ ਹਮੇਸ਼ਾ ਸਾਥ ਨਿਭਣ ਵਾਲਾ ਹੈ, ਉਹੀ ਸਾਡੀ ਸੰਭਾਲ ਕਰ ਰਿਹਾ ਹੈ। ਇਸੇ ਲਈ ਤਾਂ ਸਾਹਿਬ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਪਦਾ ਰੇ। ਅਸੀਂ ਅਜਿਹੇ ਮੂਰਖ ਤੇ ਅਗਿਆਨੀ ਹਾਂ ਕਿ ਅਸੀਂ ਉਸ ਨਿਰੰਕਾਰ ਦੇ ਇੱਕ ਗੁਣ, ਇੱਕ ਉਪਕਾਰ ਨੂੰ ਵੀ ਨਹੀਂ ਸਮਝਿਆ, ਅਤੇ ਇਸ ਲਈ ਸਾਨੂੰ ਗੁਣਹੀਨ ਤੇ ਇਆਣੇ ਸਮਝ ਕੇ ਸਮਝਾ ਰਹੇ ਹਨ ਕਿ ਇਹ ਮੂਰਖ ਬੱਚੇ, ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ, ਕਦੀ ਤਾਂ ਉਸ ਨਿਰੰਕਾਰ ਨੂੰ ਚੇਤੇ ਕਰਿਆ ਕਰ। ਹੁਣ ਗੁਰਦੇਵ ਪਾਤਸ਼ਾਹ ਉਸ ਨਿਰੰਕਾਰ ਦੇ ਕੁਝ ਪਰਉਪਕਾਰਾਂ ਨੂੰ ਇਸ ਅਸ਼ਟਪਦੀ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖ ਰਹੇ ਨੇ। ਅਸ਼ਟਪਦੀ ਦੀ ਇੱਥੋਂ ਆਰੰਭਤਾ ਹੋਏਗੀ, ਜਿਹਨੂੰ ਆਪ ਜੀ ਪੜ੍ਹ ਸਕਦੇ ਹੋ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਾਰ ਜੋਬਨ ਭੋਜਨ ਸੁਖ ਸੂਦ, ਬਿਦ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੂੰ ਨਾਨਕ ਸੀਜੈ। ਇਸ ਅਸ਼ਟਪਦੀ ਦੇ ਆਪ ਜੀ ਦੂਜੇ ਬੰਦ ਵਿੱਚ ਫੇਰ ਗੁਰਦੇਵ ਕਹਿੰਦੇ ਨੇ, ਜੇ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ। ਐ ਅਣਜਾਣ ਬੱਚੇ, ਜਰਾ ਵਿਚਾਰਤ ਕਰਕੇ ਤਾਂ ਵੇਖ, ਜਿਸ ਨਿਰੰਕਾਰ ਦੀ ਕਿਰਪਾ ਨਾਲ, ਜਿਸ ਮਾਲਕ ਦੀ ਕਿਰਪਾ ਨਾਲ ਤੂੰ ਇਸ ਧਰਤੀ ਤੇ ਸੁਖੀ ਬਸਦਾ, ਕਿ ਤੈਨੂੰ ਦੇ ਪਰਉਪਕਾਰਾਂ ਨੂੰ ਚੇਤੇ ਨਹੀਂ ਕਰਨਾ ਚਾਹੀਦਾ? ਤੈਨੂੰ ਦਾ ਸਿਮਰਨ ਨਹੀਂ ਕਰਨਾ ਚਾਹੀਦਾ? ਯਾਦ ਰੱਖਣਾ, ਇਸੇ ਅਸ਼ਟਪਦੀ ਦੇ ਅੱਗੇ ਚੱਲ ਕੇ ਪੰਜਵੇਂ ਬੰਦ ਵਿੱਚ ਗੁਰਦੇਵ ਇਸ ਜੀਵ ਨੂੰ ਅਹਿਸਾਸ ਵੀ ਕਰਾ ਰਹੇ ਨੇ, ਉਹ ਭਲਿਆ ਤੂੰ ਤੇ ਇੱਥੇ ਧਰਤੀ ਤੇ ਆ ਕੇ ਸਗੋਂ ਕਰਦਾ ਕੀ ਰਹੇ? ਕਹਿਣ ਲੱਗੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਉਹ ਭਲਿਆ
ਚੰਗੇ ਇਨਸਾਨਾਂ ਵਾਲੇ ਕੰਮ ਕਰ, ਉਸ ਮਾਲਕ ਦਾ ਸ਼ੁਕਰਾਨਾ ਕਰ, ਉਹਦਾ ਧੰਨਵਾਦ ਕਰ। ਤੇ ਸਤਿਗੁਰੂ ਜੀ ਅਖੀਰਲੇ ਬੰਦ ਵਿੱਚ ਆਪ ਜੀ ਇਸ ਅਸ਼ਟਪਦੀ ਨੂੰ ਸਾਰੀ ਨੂੰ ਪੜ੍ਹ ਲੈਣਾ ਤੇ ਸੁੱਤੇ ਸਿੱਧ ਬੜੇ ਸੁਖੈਨ ਰੂਪ ਵਿੱਚ ਇਹਦੇ ਅਰਥ ਤੁਹਾਡੇ ਸਾਹਮਣੇ ਆ ਜਾਣਗੇ। ਅਖੀਰਲੇ ਜਿਹੜਾ ਹੈ ਉਹ ਬੰਦ ਵਿੱਚ ਗੁਰਦੇਵ ਫਿਰ ਉਸ ਜੀਵ ਨੂੰ ਕਹਿੰਦੇ ਨੇ, ਉੱਠ ਉਸ ਮਾਲਕ ਅੱਗੇ ਅਰਦਾਸ ਕਰ, ਬੇਨਤੀ ਕਰ ਤੇ ਕਹਿ, ਮੇਰੇ ਮਾਲਕਾ ਜੀਓ, ਇਹ ਸਰੀਰ, ਇਹ ਜਿੰਦ ਜਾਨ ਆਦਿ ਦੀ ਪੂੰਜੀ ਸਾਨੂੰ ਤੇਰੀ ਮਿਹਰ ਦੇ ਸਦਕਾ ਹੀ ਮਿਲੀ ਹੈ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸੋ ਸਾਧ ਸੰਗਤ, ਅਸੀਂ ਅਕ੍ਰਿਤ ਕਣ ਨਹੀਂ ਬਣਨਾ, ਅਸੀਂ ਉਸ ਮਾਲਕ ਵਾਹਿਗੁਰੂ ਜੀ ਦੇ ਸੱਚੇ ਸੁੱਚੇ ਸੇਵਕ ਬਣਨਾ ਹੈ ਅਤੇ ਉਹਦੇ ਪਰਉਪਕਾਰਾਂ ਨੂੰ ਹਮੇਸ਼ਾ ਚੇਤੇ ਰੱਖਣਾ ਹੈ। ਸੋ ਇਹ ਚੌਥੀ ਪੌੜੀ ਅਤੇ ਉਸ ਦੇ ਸ਼ਲੋਕਾਂ ਦਾ ਭਾਵਾਰਥ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦੀ ਗੁਰਮਤਿ ਕਲਾਸ ਵਿੱਚ ਦੇਸ਼ ਵਿਦੇਸ਼ ਤੋਂ ਜੁੜੀਆਂ ਸਾਰੀਆਂ ਸੰਗਤਾਂ ਦਾ ਦਾਸ ਵੱਲੋਂ ਧੰਨਵਾਦ ਹੈ ਅਤੇ ਆਪ ਸਾਰਿਆਂ ਨੇ ਅਸੀਸ ਦੇਣੀ। ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ, ਜੋ ਹੋਵੇ ਸਾਹਿਬ ਸੋ ਮੇਲ। ਭੁੱਲਾਂ ਲਈ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਨਿਰਗੁਣ ਯਾਰ ਏ ਆਨਿਆ।